प्यारे विद्यार्थियों, डिस्टेंस एजुकेशन विभाग पंजाबी यूनिवर्सिटी विच ਗਿਆਨੀ ਵਿੱਚ ਦਾਖਲਾ ਲੈਣ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਮੈਂ ਤੁਹਾਡੇ ਨਾਲ ਗਿਆਨੀ ਦੇ ਤੀਸਰੇ ਪਰਚੇ ਬਾਰੇ ਗੱਲਬਾਤ ਕਰਾਂਗਾ। ਇਸ ਪਰਚੇ ਵਿੱਚ ਤੁਹਾਨੂੰ ਗੁਰਬਾਣੀ ਬਾਰੇ, ਸੂਫੀ ਸਾਹਿਤ ਬਾਰੇ, ਜੰਗਨਾਮਾ ਸ਼ਾਹ ਮੁਹੰਮਦ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਊਗੀ। ਇਸ ਪਰਚੇ ਦਾ ਮੁੱਖ ਮਨੋਰਥ ਹੈ ਜਿਹੜਾ ਮੱਧਕਾਲੀ ਪੰਜਾਬੀ ਕਵਿਤਾ ਅਤੇ ਆਧੁਨਿਕ ਪੰਜਾਬੀ ਕਵਿਤਾ ਦੀਆਂ ਪ੍ਰਮੁੱਖ ਵੰਨਗੀਆਂ ਨੂੰ ਤੁਹਾਡੇ ਨਾਲ ਸਾਂਝਾ ਕਰਨਾ ਹੈ। ਤੁਸੀਂ ਸਾਰੇ ਵਿਦਿਆਰਥੀ ਜਾਣਦੇ ਹੋ ਕਿ ਗਿਆਨੀ ਵਿੱਚ ਪੰਜਾਬੀ ਸਾਹਿਤ ਦੇ ਸਾਰੇ ਪੱਖਾਂ 'ਤੇ ਪੰਛੀ ਝਾਤ ਪਵਾਈ ਜਾਂਦੀ ਹੈ। ਪੰਜਾਬੀ ਸਾਹਿਤ ਦੇ ਸਾਰੇ ਰੂਪ, ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਸਾਹਿਤ ਆਲੋਚਨਾ ਦੇ ਨੇਮ, ਗੁਰਮਤਿ ਕਾਵਿ, ਸੂਫੀ ਕਾਵਿ, ਕਿੱਸਾ ਕਾਵਿ, ਵੀਰ ਕਾਵਿ, ਇਸੇ ਹੀ ਤਰੀਕੇ ਨਾਲ ਨਾਵਲ, ਨਾਟਕ ਅਤੇ ਇਕਾਂਗੀ, ਕਹਾਣੀਆਂ, ਕਵਿਤਾ, ਵਾਰਤਕ ਸਾਰੇ ਸਾਹਿਤ ਰੂਪਾਂ ਦੀਆਂ ਵੰਨਗੀਆਂ ਗਿਆਨੀ ਦੇ ਵਿੱਚ ਕੁਛ ਨਾ ਕੁਛ ਸੰਖੇਪ ਰੂਪ ਦੇ ਵਿੱਚ ਸਾਰੇ ਵਿਦਿਆਰਥੀਆਂ ਨੂੰ ਸਿਖਾਉਣ ਦੀ, ਸਮਝਾਉਣ ਦੀ ਅਤੇ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਜਿਹੜਾ ਪੇਪਰ ਹੈ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ, ਇਸ ਦੇ ਦੋ ਹਿੱਸੇ ਹੈ। ਪਹਿਲੇ ਹਿੱਸੇ ਦੇ ਵਿੱਚ ਅਸੀਂ ਮੱਧਕਾਲੀ ਪੰਜਾਬੀ ਕਵਿਤਾ ਬਾਰੇ ਗੱਲ ਕਰਾਂਗੇ। ਮੱਧਕਾਲੀ ਪੰਜਾਬੀ ਕਵਿਤਾ ਤੋਂ ਭਾਵ ਇਹ ਹੈ ਕਿ ਪੰਜਾਬੀ ਸਾਹਿਤ ਦੇ ਅਸੀਂ ਤਿੰਨ ਖੰਡ ਬਣਾ ਕੇ ਚੱਲਦੇ ਹਾਂ। ਪਹਿਲੇ ਖੰਡ ਨੂੰ ਅਸੀਂ ਆਦਿਕਾਲ ਕਹਿੰਦੇ ਹਾਂ, ਵਿਚਕਾਰਲੇ ਖੰਡ ਨੂੰ ਅਸੀਂ ਮੱਧਕਾਲ ਅਤੇ ਉਸ ਤੋਂ ਬਾਅਦ ਤੀਸਰਾ ਹਿੱਸਾ ਜਿਹੜਾ ਉਹ ਆਧੁਨਿਕ ਕਾਲ ਦਾ ਹੈ। ਮੱਧਕਾਲ ਦੇ ਵਿੱਚ ਸਾਡਾ ਜਿਹੜਾ ਸਾਹਿਤ ਹੈ ਉਸ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਪ੍ਰਮੁੱਖ ਤੌਰ 'ਤੇ ਸਾਡੇ ਸਾਹਮਣੇ ਬਾਬਾ ਫਰੀਦ ਦੀ ਬਾਣੀ, ਗੁਰੂ ਨਾਨਕ ਦੇਵ ਜੀ ਦਾ ਜਪਜੀ ਸਾਹਿਬ, ਇਹ ਦੋ ਪ੍ਰਮੁੱਖ ਰਚਨਾਵਾਂ ਸਾਹਮਣੇ ਆਉਂਦੀਆਂ। ਸੂਫੀ ਸਾਹਿਤ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਸੂਫੀ ਸਾਹਿਤ ਹੈ ਜਿਹੜਾ ਇਹ ਇਸਲਾਮ ਦੀ ਪਰੰਪਰਾ ਦੇ ਵਿੱਚੋਂ ਆਇਆ ਹੋਇਆ ਹੈ। ਸਾਡੇ ਭਾਰਤ ਦੇ ਵਿੱਚ ਸਭ ਤੋਂ ਪਹਿਲੇ ਸੂਫੀ ਸੀ ਜਿਹੜੇ ਉਹ ਚਿਸ਼ਤੀ ਸੰਪਰਦਾ ਨਾਲ ਆਏ। ਉਹਨਾਂ ਦਾ ਪਹਿਲਾ ਸੂਫੀ ਖਵਾਜਾ ਮਇਉਦੀਨ ਚਿਸ਼ਤੀ, ਜਿਨ੍ਹਾਂ ਦੀ ਅੱਜ ਵੀ ਬਹੁਤ ਮਕਬੂਲ ਅਤੇ ਮਸ਼ਹੂਰ ਦਰਗਾਹ ਹੈ ਜਿਹੜੀ ਉਹ ਜੈਪੁਰ ਦੇ ਵਿੱਚ ਹੈ। ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਲੋਕ ਹਲੇ ਵੀ ਖਵਾਜਾ ਮਇਉਦੀਨ ਚਿਸ਼ਤੀ ਦੀ ਦਰਗਾਹ 'ਤੇ ਚਾਦਰ ਚੜ੍ਹਾਉਣ ਜਾਂਦੇ ਹੈ। ਉਸ ਦੀ ਅਜੇ ਵੀ ਬਹੁਤ ਸਾਰੀ ਮਾਨਤਾ ਹੈ। ਹੌਲੀ ਹੌਲੀ ਈਰਾਨ ਤੋਂ ਭਾਰਤ ਵਿੱਚ ਆਏ ਹੋਏ ਸੂਫੀ ਹਿੰਦੁਸਤਾਨ ਦੇ ਬਾਕੀ ਇਲਾਕਿਆਂ ਵਿੱਚ ਵੀ ਫੈਲ ਗਏ ਅਤੇ ਉਹਨਾਂ ਦੀਆਂ ਕੁਝ ਸੰਪਰਦਾਵਾਂ ਤੋਂ ਭਾਵ ਸੂਫੀਆਂ ਦੇ ਕੁਝ ਫਿਰਕੇ, ਸੂਫੀਆਂ ਦੇ ਕੁਝ ਹਿੱਸੇ, ਕੁਝ ਗੁੱਟ, ਕੁਝ ਜਥੇ ਅਲੱਗ-ਅਲੱਗ ਥਾਵਾਂ 'ਤੇ ਚਲੇ ਗਏ, ਜਿਨ੍ਹਾਂ ਨੂੰ ਅਸੀਂ ਫਿਰਕੇ ਜਾਂ ਸੰਪਰਦਾਵਾਂ ਆਖਦੇ ਹਾਂ। ਚਿਸ਼ਤੀ, ਸੁਹਾਰਾਵਰਦੀ, ਨਕਸ਼ਬੰਦੀ, ਮਲਾਮਤੀ, ਇਹ ਉਹਨਾਂ ਦੇ ਵੱਖ-ਵੱਖ ਫਿਰਕਿਆਂ ਵਿੱਚੋਂ ਕੁਝ ਦੇ ਨਾਂ ਲਏ ਜਾਂਦੇ ਹੈ। ਜਿਸ ਕਵੀ ਦੀ, ਜਿਸ ਚਿੰਤਕ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਚਨਾਕਾਰ ਬਾਬਾ ਫਰੀਦ ਦੀ ਰਚਨਾ ਦੀ ਗੱਲ ਕਰਦੇ ਹਾਂ, ਇਹ ਚਿਸ਼ਤੀ ਸੰਪਰਦਾ ਨਾਲ ਸੰਬੰਧਿਤ ਵਿਅਕਤੀ ਹੈ। ਇਹਨਾਂ ਨੂੰ ਜੇ ਸੂਫੀ ਪਰੰਪਰਾ ਦੀ ਗੱਲ ਕੀਤੀ ਜਾਵੇ ਤਾਂ ਪਹਿਲੇ ਪੜਾਅ ਦੇ ਸੂਫੀ ਅਸੀਂ ਆਖਦੇ ਹਾਂ। ਪਹਿਲੇ ਪੜਾਅ ਦੇ ਸੂਫੀ ਅਸੀਂ ਉਹਨਾਂ ਸੂਫੀ ਕਵੀਆਂ ਨੂੰ ਕਹਿੰਦੇ ਹਾਂ ਜਿਨ੍ਹਾਂ ਨੂੰ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਉਹਨਾਂ ਦੀ ਰਚਨਾ ਇਸਲਾਮ ਦੇ ਅਨੁਸਾਰੀ ਸੀ। ਕੁੱਲ ਮਿਲਾ ਕੇ ਜਿਹੜੇ ਉਹ ਸੂਫੀ ਸੀ ਉਹ ਇਸਲਾਮ ਦੀ ਪਰੰਪਰਾ ਨੂੰ ਸਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਦੇ ਸੀ। ਸੂਫੀਆਂ ਬਾਰੇ ਜਾਂ ਬਾਬਾ ਫਰੀਦ ਦੀ ਰਚਨਾ ਬਾਰੇ ਹੋਰ ਗੱਲ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ ਮੈਂ ਤੁਹਾਨੂੰ ਸੂਫੀ ਸ਼ਬਦ ਬਾਰੇ ਵੀ ਦੱਸ ਦਿੰਦਾ। ਸੂਫੀ ਸ਼ਬਦ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਸ਼ਬਦ ਦੀ ਵਿਉਤਪਤੀ ਜਾਂ ਇਸ ਸ਼ਬਦ ਦਾ ਬੁਨਿਆਦੀ ਅਰਥ ਸੂਫ ਤੋਂ, ਸਿਆਹ ਤੋਂ ਜਾਂ ਸਫਾ ਤੋਂ ਲਿਆ ਜਾਂਦਾ ਹੈ। ਇਹਨਾਂ ਸ਼ਬਦਾਂ ਦਾ ਭਾਵ ਇਹ ਹੈ ਕਿ ਜਦੋਂ ਕੋਈ ਵਿਅਕਤੀ ਆਪਣੇ ਅੰਦਰੂਨੀ ਪੱਖਾਂ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕਰਦਾ ਹੈ, ਜਦੋਂ ਕੋਈ ਵਿਅਕਤੀ ਕਾਲੇ ਕੱਪੜੇ, ਸੂਫ ਦੇ ਕੱਪੜੇ, ਉੱਨ ਦੇ ਬਣੇ ਹੋਏ ਕੱਪੜੇ ਪਾਉਂਦਾ ਹੈ, ਉਹਨਾਂ ਵਿਅਕਤੀਆਂ ਨੂੰ ਸੂਫੀ ਵਿਅਕਤੀ ਕਿਹਾ ਜਾਂਦਾ ਸੀ। ਇਸਲਾਮ ਦੇ ਵਿੱਚ ਸੂਫੀ ਫਕੀਰ ਜਾਂ ਸੂਫੀ ਵਿਅਕਤੀ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਜਦੋਂ ਜੁਮੇ ਦੇ ਦਿਨ ਨਮਾਜ਼ ਅਦਾ ਕੀਤੀ ਜਾਂਦੀ ਸੀ ਤਾਂ ਮੂਹਰਲੀ ਕਤਾਰ ਦੇ ਵਿੱਚ ਖੜੇ ਹੋ ਕੇ ਜੋ ਵਿਅਕਤੀ ਨਮਾਜ਼ ਅਦਾ ਕਰਨ ਦਾ ਕੰਮ ਕਰਦੇ ਸੀ ਉਹਨਾਂ ਨੂੰ ਸੂਫੀ ਪਰੰਪਰਾ ਨਾਲ ਜੁੜੇ ਹੋਏ ਵਿਅਕਤੀ ਕਿਹਾ ਜਾਣ ਲੱਗਿਆ। ਹੌਲੀ ਹੌਲੀ ਜਿਹੜੇ ਇਹ ਸੂਫੀ ਹੈ
ਇਹ ਲੋਕਾਂ ਲਈ ਹਰਮਨ ਪਿਆਰੇ ਰੂਪ ਦੇ ਵਿੱਚ ਆਪਣੀ ਰਚਨਾ ਕਰਨ ਲੱਗੇ। ਬਾਬਾ ਫਰੀਦ ਵੀ ਉਹਨਾਂ ਦੇ ਵਿੱਚੋਂ ਪ੍ਰਮੁੱਖ ਸੂਫੀ ਕਵੀ ਮੰਨਿਆ ਜਾਂਦਾ ਹੈ, ਜਿਸ ਨੂੰ ਪੰਜਾਬੀ ਸਾਹਿਤ ਦਾ ਪਹਿਲਾ ਤੇ ਵੱਡਾ ਕਵੀ ਵੀ ਅਸੀਂ ਆਖ ਸਕਦੇ ਹਾਂ, ਜਿਨ੍ਹਾਂ ਦੇ ਸ਼ਬਦ ਅਤੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਉਹਨਾਂ ਦੇ ਸ਼ਲੋਕਾਂ ਬਾਰੇ ਅਸੀਂ ਇਹ ਕਹਿੰਦੇ ਹਾਂ ਕਿ ਉਹਨਾਂ ਦੇ ਸ਼ਲੋਕਾਂ ਵਿੱਚ ਅਧਿਆਤਮਕ ਪੱਖ, ਬਿਰਹਾ, ਸਮਾਜ ਨੂੰ ਸਮਝਣਾ, ਜੀਵਨ ਅਤੇ ਮੌਤ ਦੇ ਵੱਖ-ਵੱਖ ਪੱਖਾਂ ਨੂੰ ਲੌਕਿਕ ਤਸ਼ਬੀਹਾਂ ਦੇ ਕੇ, ਲੌਕਿਕ ਮੁਹਾਵਰਾ ਦੇ ਕੇ, ਲੌਕਿਕ ਉਦਾਹਰਨਾਂ ਦੇ ਕੇ ਦੱਸਣ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਸਾਰਾ ਕੁਝ ਅਸੀਂ ਤੁਹਾਨੂੰ ਗਿਆਨੀ ਦੇ ਤੀਸਰੇ ਪਰਚੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ। ਦੂਸਰਾ ਪੱਖ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ। ਤੁਸੀਂ ਸਾਰਿਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਪਜੀ ਸਾਹਿਬ ਨੂੰ ਜ਼ਰੂਰ ਸੁਣਿਆ ਹੋਵੇਗਾ। ਜਪ ਜੀ ਤੋਂ ਭਾਵ ਹੈ ਉਸ ਦੇ ਵਿੱਚ ਸਾਡੇ ਸਾਹਮਣੇ ਜਪ ਦੀ ਬਾਣੀ ਨੂੰ ਰੱਖਿਆ ਗਿਆ ਹੈ। ਉਸ ਦੇ ਵਿੱਚ ਪਹਿਲਾ ਪੱਖ ਹੈ ਜਿਹੜਾ ਉਹ ਮੂਲ ਮੰਤਰ ਦਾ ਹੈ, ਜਿਸ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਬ੍ਰਹਮ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਇੱਕ ਹੈ, ਕਿਸ ਪ੍ਰਕਾਰ ਉਹਦਾ ਸਰੂਪ ਜਾਣਿਆ ਜਾ ਸਕਦਾ ਹੈ। ਜਦੋਂ ਜਪਜੀ ਸਾਹਿਬ ਦਾ ਮੂਲ ਮੰਤਰ ਸੰਪੂਰਨ ਹੁੰਦਾ ਹੈ ਤਾਂ ਉੱਥੇ ਦੋ ਪ੍ਰਸ਼ਨਾਂ ਨੂੰ ਸਾਡੇ ਸਾਹਮਣੇ ਗੁਰੂ ਨਾਨਕ ਸਾਹਿਬ ਰੱਖਦੇ ਹੈ। ਸੱਚ ਕੀ ਹੈ? ਸੱਚ ਨੂੰ ਜਾਣਿਆ ਕਿਵੇਂ ਜਾ ਸਕਦਾ ਹੈ? ਕੋਈ ਵਿਅਕਤੀ ਜਿਹੜਾ ਸੱਚ ਨੂੰ ਜਾਣਦਾ ਹੈ ਉਹ ਸਚਿਆਰ ਕਿਵੇਂ ਬਣ ਸਕਦਾ ਹੈ? ਉਸ ਤੋਂ ਬਾਅਦ ਜਿਹੜੀਆਂ ਵੱਖ-ਵੱਖ ਪੌੜੀਆਂ ਉਹਨਾਂ ਦੇ ਵਿੱਚ ਵਿਅਕਤੀ ਅਧਿਆਤਮਕ ਮਾਰਗ ਦੇ ਵਿੱਚ ਅੱਗੇ ਵੱਧਦਾ ਜਾਂਦਾ ਹੈ। ਅਖੀਰ ਦੇ ਵਿੱਚ ਜਾ ਕੇ 5 ਖੰਡ ਦੱਸੇ ਹੋਏ ਹੈ ਤੇ ਅਖੀਰਲਾ ਜਿਹੜਾ 5ਵਾਂ ਖੰਡ ਹੈ ਜਿੱਥੇ ਨਿਰਾਕਾਰ ਬ੍ਰਹਮ ਦਾ ਨਿਵਾਸ ਹੁੰਦਾ ਹੈ, ਜਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਸੱਚ ਖੰਡ ਵਸੇ ਨਿਰੰਕਾਰ। ਇਹ ਸਾਰਾ ਕੁਝ ਤੁਹਾਨੂੰ ਜਦੋਂ ਜਪਜੀ ਸਾਹਿਬ ਬਾਰੇ ਤੁਸੀਂ ਆਪਣੀ ਲੈਸਨ ਨੂੰ ਪੜ੍ਹੋਗੇ ਉਹਦੇ ਵਿੱਚੋਂ ਇਹਨਾਂ ਸਾਰਿਆਂ ਦੀ ਵਿਆਖਿਆ ਤੁਹਾਨੂੰ ਪ੍ਰਾਪਤ ਹੋਏਗੀ। ਜਦੋਂ ਅਸੀਂ ਜਪਜੀ ਸਾਹਿਬ ਨੂੰ ਅਧਿਆਤਮਿਕ ਤੌਰ ਤੇ, ਧਾਰਮਿਕ ਤੌਰ ਤੇ, ਗੁਰਬਾਣੀ ਦੇ ਤੌਰ ਤੇ ਪੜ੍ਹਦੇ ਹਾਂ ਤਾਂ ਉਸ ਸਮੇਂ ਸਾਡਾ ਜਿਹੜਾ ਪੜ੍ਹਨ ਦਾ ਨਜ਼ਰੀਆ ਹੋਰ ਹੁੰਦਾ ਹੈ। ਜਦੋਂ ਅਸੀਂ ਕਿਸੇ ਵੀ ਰਚਨਾ ਨੂੰ ਅਕਾਦਮਿਕ ਤੌਰ ਤੇ ਪੜ੍ਹਦੇ ਹਾਂ ਤਾਂ ਅਕਾਦਮਿਕ ਤੌਰ ਤੇ ਪੜ੍ਹਨ ਸਮੇਂ ਸਾਡੇ ਸਾਹਮਣੇ ਜਿਹੜਾ ਪ੍ਰਮੁੱਖ ਕੰਮ ਹੁੰਦਾ ਉਹ ਰਚਨਾ ਦਾ ਅਧਿਐਨ ਕਰਦਾ ਬਣਦਾ ਹੈ। ਰਚਨਾ ਦਾ ਅਧਿਐਨ ਅਸੀਂ 3 ਪੱਖਾਂ ਤੋਂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਵੀ ਰਚਨਾ ਦੇ ਵਿੱਚ, ਜਿਵੇਂ ਜਪਜੀ ਸਾਹਿਬ ਹੈ, ਉਸ ਦੇ ਵਿੱਚ ਕਿਹੜੇ ਵਿਚਾਰਾਂ ਨੂੰ ਪੇਸ਼ ਕੀਤਾ ਗਿਆ। ਦੂਸਰੇ ਪੱਖੋਂ ਅਸੀਂ ਇਹ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਰਚਨਾ ਦੇ ਵਿੱਚ ਕਿਸ ਸਾਹਿਤ ਰੂਪ ਨੂੰ, ਕਿਸ ਕਲਾ ਰੂਪ ਨੂੰ ਵਰਤਿਆ ਗਿਆ। ਇਸ ਦੇ ਵਿੱਚ ਕਾਵਿ ਦੀਆਂ ਕਿਹੜੀਆਂ ਰੂੜੀਆਂ, ਸ਼ਬਦ ਦੀ ਵਰਤੋਂ ਕਿਵੇਂ ਕੀਤੀ ਗਈ ਹੈ, ਛੰਦ, ਪ੍ਰਤੀਕ, ਬਿੰਬ, ਅਲੰਕਾਰ ਕਿਸ ਰੂਪ ਦੇ ਵਿੱਚ ਵਰਤੇ ਗਏ ਹੈ, ਇਹਦਾ ਕਲਾਤਮਕ ਪੱਖ ਕਿਹੋ ਜਿਹਾ, ਇਹਦਾ ਸਰੋਦੀ ਪੱਖ ਕਿਹੋ ਜਿਹਾ ਹੈ। ਇਹ ਸਾਰੇ ਕੁਝ ਨੂੰ ਅਸੀਂ ਰਚਨਾ ਦੇ, ਕਿਉਂਕਿ ਰਚਨਾ ਭਾਵੇਂ ਉਹ ਗੁਰਬਾਣੀ ਹੋਵੇ ਭਾਵੇਂ ਕੋਈ ਹੋਰ, ਜੋ ਰਚਨਾ ਸ਼ਬਦ ਦੇ ਮਾਧਿਅਮ ਰਾਹੀਂ ਕੀਤੀ ਜਾਂਦੀ ਹੈ ਉਹ ਸਾਰੀਆਂ ਦੀਆਂ ਸਾਰੀਆਂ ਰਚਨਾਵਾਂ ਸਾਹਿਤ ਦੇ ਅਧਿਐਨ ਖੇਤਰ ਦਾ ਅੰਗ ਬਣ ਜਾਂਦੀਆਂ। ਦੂਸਰੇ ਭਾਗ ਦੇ ਵਿੱਚ ਆਧੁਨਿਕ ਪੰਜਾਬੀ ਕਵਿਤਾ ਨੂੰ ਅਸੀਂ ਜੰਗਨਾਮਾ ਸ਼ਾਹ ਮੁਹੰਮਦ ਤੋਂ ਸ਼ੁਰੂ ਹੋਇਆ ਸਵੀਕਾਰ ਕਰਦੇ ਹਾਂ। ਸਿਲੇਬਸ ਅਨੁਸਾਰ ਜੰਗਨਾਮਾ ਸ਼ਾਹ ਮੁਹੰਮਦ ਦੇ ਵਿੱਚ ਕਿਸ ਪ੍ਰਕਾਰ ਸ਼ਾਹ ਮੁਹੰਮਦ ਨੇ ਆਪਣੇ ਇੱਕ ਸਮਕਾਲੀ ਲੜਾਈ ਦੇ ਬਿਰਤਾਂਤ ਨੂੰ ਬਿਆਨ ਕੀਤਾ ਹੈ, ਉਸ ਦੀਆਂ ਕਾਵਿ ਰੂੜੀਆਂ ਕਿਹੜੀਆਂ-ਕਿਹੜੀਆਂ, ਇਹਨਾਂ ਸਾਰੇ ਪੱਖਾਂ ਦੀ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਅਤੇ ਇਸ ਦੇ ਨਾਲ ਹੀ ਕਾਵਿ ਸੰਗ੍ਰਹਿ, ਕਾਵਿ ਲਹਿਰਾਂ ਜੋ ਪੰਜਾਬੀ ਯੂਨੀਵਰਸਿਟੀ ਵੱਲੋਂ ਸੰਪਾਦਿਤ ਕੀਤਾ ਗਿਆ ਹੈ, ਇਸ ਨੂੰ ਵੀ ਤੁਹਾਡੇ ਸਿਲੇਬਸ ਦਾ ਹਿੱਸਾ ਬਣਾਇਆ ਗਿਆ ਹੈ। ਸਮੁੱਚੇ ਰੂਪ ਦੇ ਵਿੱਚ ਅੱਜ ਦੀ ਇਸ ਜਾਣਕਾਰੀ ਵਾਲੀ ਵੀਡੀਓ ਦਾ ਸਾਡਾ ਬੁਨਿਆਦੀ ਮਕਸਦ ਇਹ ਹੈ ਕਿ ਜਦੋਂ ਵੀ ਵਿਦਿਆਰਥੀ ਡਿਸਟੈਂਸ ਐਜੂਕੇਸ਼ਨ ਵਿਭਾਗ ਵਿੱਚ PCP ਲਾਉਣ ਆਉਣ ਤਾਂ ਉਹ ਬਾਬਾ ਫਰੀਦ ਦੀ ਮੂਲ ਰਚਨਾ, ਬਾਬਾ ਫਰੀਦ ਦੇ ਅਰਥਾਂ ਸਮੇਤ ਸ਼ਲੋਕ ਉਹਨਾਂ ਨੂੰ ਪੜ੍ਹ ਕੇ ਆਉਣ। ਜਪਜੀ ਸਾਹਿਬ ਨੂੰ ਇੱਕ ਵਾਰੀ ਜ਼ਰੂਰ ਸਹਿਜ ਨਾਲ ਪੜ੍ਹ ਕੇ ਆਉਣ। ਉਸ ਦੀ ਸ਼ਬਦ ਦਰ ਸ਼ਬਦ ਵਿਆਖਿਆ ਕਿਸ ਪ੍ਰਕਾਰ ਕੀਤੀ ਹੋਈ ਹੈ, ਕਈ ਟੀਕੇ ਸਟੀਕ ਸਾਨੂੰ ਮਿਲਦੇ ਹੈ, ਉਸ ਨੂੰ ਦੇਖ ਕੇ ਆਉਣ। ਜੰਗਨਾਮਾ ਸ਼ਾਹ ਮੁਹੰਮਦ ਛੋਟੀ ਜੀ ਰਚਨਾ ਹੈ, ਬਹੁਤ ਥਾਵਾਂ ਤੇ ਪ੍ਰਾਪਤ ਹੈ, ਲਾਇਬ੍ਰੇਰੀਆਂ ਦੇ ਵਿੱਚ ਵੀ ਮਿਲਦੀ ਹੈ, ਆਨਲਾਈਨ ਵੀ ਮਿਲਦੀ ਹੈ, ਉਸ ਨੂੰ ਜ਼ਰੂਰ ਦੇਖ ਕੇ ਆਉਣ ਤਾਂ ਕਿ ਜਿਹੜੇ ਇਹਨਾਂ ਰਚਨਾਵਾਂ ਨੂੰ ਜਾਣਨ ਬਾਰੇ, ਸਮਝਣ ਬਾਰੇ ਉਹਨਾਂ ਵਿਦਿਆਰਥੀਆਂ ਦੇ ਮਨ ਦੇ ਵਿੱਚ ਪ੍ਰਸ਼ਨ ਪੈਦਾ ਹੋਣਗੇ। ਅਸੀਂ ਡਿਸਟੈਂਸ ਐਜੂਕੇਸ਼ਨ ਵਿੱਚ PCP ਦੌਰਾਨ ਉਹਨਾਂ ਸਾਰੇ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕਰਾਂਗੇ। ਹੁਣ ਅਖੀਰ ਦੇ ਵਿੱਚ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜਿੱਥੇ ਇਹ ਵੀਡੀਓ ਪਈ ਹੋਈ ਹੈ ਇਸ ਦੇ ਨਾਲ ਹੀ ਸਾਡੀ ਪਾਠ ਸਮੱਗਰੀ ਵੀ ਪਾਈ ਹੋਈ ਹੈ। ਸਾਰੇ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਨਲਾਈਨ ਪਈ ਹੋਈ ਇਸ ਪਾਠ ਸਮੱਗਰੀ ਨੂੰ ਜ਼ਰੂਰ ਪੜ੍ਹਨ।
ਜੇ ਉਹ ਵਿਦਿਆਰਥੀ ਪਾਠ ਸਮੱਗਰੀ ਨੂੰ ਪੜ੍ਹ ਕੇ ਆਉਣਗੇ, ਸਿਲੇਬਸ ਨੂੰ ਚੰਗੀ ਤਰ੍ਹਾਂ ਦੇਖ ਕੇ ਆਉਣਗੇ, ਇਸ ਦੇ ਨਾਲ ਉਹਨਾਂ ਵਿਦਿਆਰਥੀਆਂ ਨੂੰ ਜਦੋਂ ਵੀ ਯੂਨੀਵਰਸਿਟੀ ਵਿੱਚੋਂ PCP ਲਾਉਣ ਆਉਂਦੇ ਆ, ਆਪਣੇ ਵਿਸ਼ੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ, ਤਾਂ ਉਸ ਦੇ ਵਿੱਚ ਉਹਨਾਂ ਨੂੰ ਕਾਫੀ ਭਰਪੂਰ ਜਾਣਕਾਰੀ ਹੈ ਜਿਹੜੀ ਉਹ ਪ੍ਰਾਪਤ ਹੋਵੇਗੀ।